ਦੋਸਤੋ ਗੁਰਬਤ ਦੇ ਕੋਲੋਂ ਪਨਾਹ ਮੰਗਿਆ ਕਰੋ ਤੇ ਬਾਰ-ਬਾਰ ਮੰਗਿਆ ਕਰੋ, ਕਿਉਂਕਿ ਗੁਰਬਤ ਦੀ ਨਾ ਮਾਂ ਵਾ, ਨਾ ਬਾਪ ਆ, ਨਾ ਭੈਣ ਆ, ਨਾ ਭਾਈ ਆ, ਨਾ ਬੀਵੀ ਆ, ਨਾ ਬੱਚੇ ਆ, ਨਾ ਬੇਟੀ ਆ, ਨਾ ਬੇਟਾ ਵਾ। ਕਿਉਂਕਿ ਗੁਰਬਤ ਆਪ ਖੁਦ ਬੜੀ ਵੱਡੀ ਲਾਹਨਤ ਆ। ਇਸ ਮਾਸ਼ਰੇ ਦੇ ਵਿੱਚ ਬਹੁਤ ਸਾਰੀਆਂ ਅੱਖਾਂ ਦੇ ਨਾਲ ਅਸੀਂ ਮਿਸਾਲਾਂ ਵੇਖਦੇ ਤੇ ਕੰਨਾਂ ਦੇ ਨਾਲ ਸੁਣਦੇ ਹਾਂ। ਇੱਕ ਜਗ੍ਹਾ ਤੇ ਅਗਰ ਦੋ ਭਾਈ ਰਹਿੰਦੇ, ਇੱਕ ਮਾੜਾ ਵਾ ਗਰੀਬ ਆ, ਉਹਦੇ ਘਰ ਦਾਲ ਪੱਕਦੀ ਹੈ, ਲੂਣ ਮਿਰਚਾਂ ਦੇ ਨਾਲ ਰੋਟੀ ਖਾਂਦੇ ਆ। ਇੱਕ ਭਾਈ ਨਾਲ ਆ, ਉਹਦੇ ਘਰ ਗੋਸ਼ਤ ਪੱਕਦਾ ਵਾ, ਕੁਕੜੀ ਪੱਕਦੀ ਹੈ। ਸਾਹਿਬੇ ਹਸੀਅਤ ਆ, ਭੈਣ ਮਿਲਣ ਆਏਗੀ ਤੇ ਸਿੱਧਾ ਕੁਕੜੀ ਵਾਲੇ ਦੇ ਘਰ ਜਾਏਗੀ। ਅਗਰ ਉਹ ਗਰੀਬ ਦੇ ਘਰ ਆਏਗੀ ਤੇ ਉੱਥੇ ਸਿਰਫ ਨੁਕਤਾਚੀਨੀ ਕਰੇਗੀ, ਉਹਨਾਂ ਨੂੰ ਸਮਝਾਏਗੀ ਕਿ ਜਿਸ ਤਰ੍ਹਾਂ ਤੁਹਾਨੂੰ ਇਸ ਮਾਸ਼ਰੇ ਦਾ ਕਿਸੇ ਗੱਲ ਦਾ ਇਲਮ ਤੱਕ ਨਹੀਂ ਹੈ। ਅਗਰ ਇੱਕ ਬਾਪ ਬੇਟਾ ਨਾ, ਉਹਦੇ 4-5 ਬੇਟੇ ਵਿਆਹੇ ਹੋਏ ਆ ਤੇ ਉਹਨਾਂ ਦੀ ਕੋਸ਼ਿਸ਼ ਹੋਏਗੀ ਜਿਹੜਾ ਬੇਟਾ ਤਗੜਾ ਹੋਵੇ, ਅਸੀਂ ਉਹਦੇ ਨਾਲ ਰਹੀਏ। ਤੇ ਉਹਦੇ ਘਰ ਚਲੇ ਜਾਂਦੇ ਆ, ਮਗਰ ਉਹ ਨੌ ਰੱਖਦੀ ਨਹੀਂ। ਉਹ ਉਹਨਾਂ ਨੂੰ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਤਾਨੇ ਮਿਹਣੇ, ਉਹ ਗੱਲਾਂ ਕਹਿੰਦੀਆਂ ਜਿਹੜੀਆਂ ਨਾ ਕਹਿਣੀਆਂ, ਮਗਰ ਉਹ ਬਰਦਾਸ਼ਤ ਕਰਦੇ। ਕੋਈ ਨਾ ਕੋਈ ਇੱਕ ਦਿਨ ਐਸਾ ਹੁੰਦਾ ਵਾ ਕਿ ਉਹਨਾਂ ਨੂੰ ਉੱਥੋਂ ਤਗੜੇ ਵੱਲੋਂ ਨਿਕਲ ਕੇ ਮਾੜੇ ਵੱਲ ਆਉਣਾ ਪੈ ਜਾਂਦਾ। ਜਿਸ ਟਾਈਮ ਉਹ ਮਾੜੇ ਵੱਲ ਆਉਂਦੀ ਆ ਤੇ ਉੱਥੇ ਉਹ ਗੱਲਾਂ ਨੌ ਨੂੰ ਕਹਿੰਦੀ ਆ ਜਿਹੜੀਆਂ ਉਹ ਉੱਥੇ ਸੁਣਦੀ ਆਈ ਹੁੰਦੀ ਆ। ਯਾਰ ਇੱਕ ਐਸਾ ਮਾਸ਼ਰਾ ਵਾ ਕਿ ਅਸੀਂ ਇੱਕ ਦੂਸਰੇ ਦੇ ਨਾਲ ਇਨਸਾਫ ਨਹੀਂ ਕਰ ਸਕਦੇ। ਦੋਸਤੋ ਕਿੱਸਾ ਮੁਕਸਰ ਹੈ ਕਿ ਜਿਸ ਤਰ੍ਹਾਂ ਰੱਬ ਦੀ ਜ਼ਮੀਨ ਉੱਚੀ ਨੀਵੀਂ ਹੈ, ਇਸੇ ਤਰ੍ਹਾਂ ਅੱਲਾਹ ਪਾਕ ਦੇ ਬੰਦੇ ਵੀ ਉੱਚੇ ਨੀਵੇਂ ਆ। ਅਗਰ ਕੁਛ ਮਾਮਲਾਤ ਆ ਜਾਣ ਤੇ ਦਰਗੁਜ਼ਰ ਕਰਿਆ ਕਰੋ ਜਨਾਬ।